ਚਲੋ ਅੱਜ ਇੱਕ ਐਸੀ ਕਹਾਣੀ ਦੀ ਗੱਲ ਕਰੀਏ ਜਿਸ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਭੁਲਾ ਦਿੱਤਾ ਗਿਆ ਹੈ। ਇਹ ਕਹਾਣੀ ਹੈ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਇੱਕ ਬਹੁਤ ਹੀ ਦਲੇਰਾਨਾ ਕੋਸ਼ਿਸ਼ ਦੀ। ਇੱਕ ਐਸੀ ਕੋਸ਼ਿਸ਼ ਜਿਸ ਨੇ ਇਹ ਸਾਬਿਤ ਕੀਤਾ ਕਿ ਕ੍ਰਾਂਤੀ ਦੀ ਚਿੰਗਿਆੜੀ ਕਿਤੇ ਵੀ ਕਿਸੇ ਦੀ ਥਾਂ ਤੇ ਭੜਕ ਸਕਦੀ ਹੈ। ਤੇ ਸਵਾਲ ਇਹ ਹੈ ਕਿ ਕੀ ਇਹ ਸੱਚਮੁੱਚ ਹੋ ਸਕਦਾ ਸੀ ਕਿ ਹਜ਼ਾਰਾਂ ਮੀਲ ਦੂਰ ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋਈ ਇੱਕ ਬਗਾਵਤ 1915 ਵਿੱਚ ਭਾਰਤ ਨੂੰ ਆਜ਼ਾਦ ਕਰਵਾ ਸਕਦੀ ਸੀ? ਇਹੀ ਸਵਾਲ ਸਾਨੂੰ ਗਦਰ ਪਾਰਟੀ ਦੀ ਉਸ ਅਦੁੱਤੀ ਦਾਸਤਾਨ ਵੱਲ ਲੈ ਜਾਂਦਾ ਹੈ ਜਿਸ ਨੇ ਇਤਿਹਾਸ ਦਾ ਰੁਖ ਬਦਲਣ ਦੀ ਇੱਕ ਜ਼ਬਰਦਸਤ ਕੋਸ਼ਿਸ਼ ਕੀਤੀ ਸੀ। ਹਾਂ, ਇਸ ਸਵਾਲ ਦਾ ਜਵਾਬ ਜੁੜਿਆ ਹੋਇਆ ਹੈ ਗਦਰ ਪਾਰਟੀ ਨਾਲ। ਇਹ ਇੱਕ ਐਸੀ ਲਹਿਰ ਸੀ ਜਿਸ ਨੇ ਪੂਰੇ ਭਾਰਤ ਵਿੱਚ ਇੱਕੋ ਵੇਲੇ ਹਥਿਆਰਬੰਦ ਬਗਾਵਤ ਕਰਨ ਦੀ ਇੱਕ ਬਹੁਤ ਹੀ ਦਲੇਰਾਨਾ ਯੋਜਨਾ ਬਣਾਈ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਦੀ ਅਗਵਾਈ ਭਾਰਤ ਤੋਂ ਨਹੀਂ, ਸਗੋਂ ਹਜ਼ਾਰਾਂ ਮੀਲ ਦੂਰ ਉੱਤਰੀ ਅਮਰੀਕਾ ਵਿੱਚ ਵਸਦੇ ਭਾਰਤੀਆਂ ਦੇ ਦਿਲਾਂ 'ਚੋਂ ਪੈਦਾ ਹੋਈ ਸੀ। ਤਾਂ ਫਿਰ ਇਹ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ? ਇਸ ਬਗਾਵਤ ਦੇ ਬੀਜ ਵਿਦੇਸ਼ੀ ਧਰਤੀ ਤੇ ਕਿਵੇਂ ਬੀਜੇ ਗਏ? ਆਓ ਇਸ ਨੂੰ ਸਮਝਦੇ ਹਾਂ। ਇਸ ਸਭ ਦੀ ਸ਼ੁਰੂਆਤ ਹੁੰਦੀ ਹੈ ਉਸ ਨਸਲੀ ਵਿਤਕਰੇ ਅਤੇ ਬੇਇੱਜ਼ਤੀ ਤੋਂ ਜੋ ਅਮਰੀਕਾ ਅਤੇ ਕੈਨੇਡਾ ਵਿੱਚ ਕੰਮ ਕਰਨ ਗਏ ਪੰਜਾਬੀ ਪ੍ਰਵਾਸੀਆਂ ਨੂੰ ਹਰ ਰੋਜ਼ ਚੱਲਣੀ ਪੈਂਦੀ ਸੀ। ਉਹਨਾਂ ਨੂੰ ਹੌਲੀ-ਹੌਲੀ ਇਹ ਅਹਿਸਾਸ ਹੋਇਆ ਕਿ ਉਹਨਾਂ ਦੀ ਕੋਈ ਇੱਜ਼ਤ ਇਸ ਲਈ ਨਹੀਂ ਹੈ ਕਿਉਂਕਿ ਉਹਨਾਂ ਦਾ ਦੇਸ਼ ਗੁਲਾਮ ਹੈ, ਤੇ ਇਸੇ ਅਹਿਸਾਸ ਨੇ ਇੱਕ ਆਜ਼ਾਦ ਵਤਨ ਦੀ ਚਾਹਤ ਨੂੰ ਜਨਮ ਦਿੱਤਾ। ਤੇ ਇਸ ਲਹਿਰ ਦਾ ਨਾਮ ਹੀ ਕਾਫੀ ਸੀ ਇਸ ਦੇ ਇਰਾਦਿਆਂ ਨੂੰ ਦੱਸਣ ਲਈ, ਗਦਰ। ਇਹ ਸਿਰਫ ਇੱਕ ਸ਼ਬਦ ਨਹੀਂ ਸੀ, ਇੱਕ ਐਲਾਨ ਸੀ, ਇੱਕ ਮਿਸ਼ਨ ਸੀ। ਤੇ ਦੇਖੋ, ਇਸ ਗੱਲ 'ਚ ਕੋਈ ਲੁਕ-ਛਿਪ ਨਹੀਂ ਸੀ। ਉਹਨਾਂ ਦਾ ਆਪਣਾ ਅਖਬਾਰ ਗਦਰ ਦੇ ਪਹਿਲੇ ਪੰਨੇ ਤੇ ਹੀ ਸਾਫ਼-ਸਾਫ਼ ਲਿਖਿਆ ਹੁੰਦਾ ਸੀ, ਸਾਡਾ ਨਾਮ ਕੀ ਹੈ? ਗਦਰ। ਸਾਡਾ ਕੰਮ ਕੀ ਹੈ? ਗਦਰ। ਇਸ ਤੋਂ ਵੱਧ ਸਪਸ਼ਟ ਐਲਾਨ ਹੋਰ ਕੀ ਹੋ ਸਕਦਾ ਸੀ? ਮਕਸਦ ਬਿਲਕੁਲ ਸਾਫ਼ ਸੀ, ਅੰਗਰੇਜ਼ੀ ਰਾਜ ਦੇ ਖਿਲਾਫ ਬਗਾਵਤ। ਤਾਂ ਇਹ ਪਾਰਟੀ 1913 ਵਿੱਚ ਸਾਨ ਫਰਾਂਸਿਸਕੋ ਵਿੱਚ ਬਣੀ ਸੀ। ਲਾਲਾ ਹਰਦਿਆਲ ਵਰਗੇ ਮਹਾਨ ਬੁੱਧੀਜੀਵੀ ਅਤੇ ਬਾਬਾ ਸੋਹਣ ਸਿੰਘ ਪਕਨਾ ਵਰਗੇ ਆਗੂ ਇਸ ਦੀ ਅਗਵਾਈ ਕਰ ਰਹੇ ਸਨ। ਪਰ ਇਸ ਲਹਿਰ ਦੀ ਸਭ ਤੋਂ ਖਾਸ ਗੱਲ ਇਸ ਦੀ ਵਿਚਾਰਧਾਰਾ ਸੀ। ਇਹ ਸਖਤੀ ਨਾਲ ਧਰਮ ਨਿਰਪੱਖ ਸੀ, ਜਿਸ ਦਾ ਟੀਚਾ ਧਰਮਾਂ ਦੇ ਆਧਾਰ ਤੇ ਵੰਡਿਆ ਹੋਇਆ ਭਾਰਤ ਨਹੀਂ ਬਲਕਿ ਇੱਕ ਸੰਯੁਕਤ ਰਾਜ ਭਾਰਤ ਬਣਾਉਣਾ ਸੀ। ਹੁਣ ਕਹਾਣੀ ਵਿੱਚ ਇੱਕ ਅਹਿਮ ਮੋੜ ਆਉਂਦਾ ਹੈ। ਗਦਰੀਆਂ ਨੇ ਇੱਕ ਅਜਿਹਾ ਮੌਕਾ ਦੇਖਿਆ ਜਿਸ ਨਾਲ ਉਹ ਆਪਣੀ ਬਗਾਵਤ ਦੀ ਯੋਜਨਾ ਨੂੰ ਅਸਲ ਵਿੱਚ ਸ਼ੁਰੂ ਕਰ ਸਕਦੇ ਸਨ। ਇਹ ਇੱਕ ਵੱਡਾ ਦਾਅ ਸੀ, ਇੱਕ ਇਤਿਹਾਸਿਕ ਜੂਆ। ਸਾਲ ਸੀ 1914 ਤੇ ਦੁਨੀਆ 'ਚ ਪਹਿਲੇ ਵਿਸ਼ਵ ਯੁੱਧ ਦੀ ਅੱਗ ਭੜਕ ਚੁੱਕੀ ਸੀ। ਬ੍ਰਿਟਿਸ਼ ਸਾਮਰਾਜ ਪੂਰੀ ਤਰ੍ਹਾਂ ਇਸ ਜੰਗ 'ਚ ਉਲਝਿਆ ਹੋਇਆ ਸੀ ਤੇ ਗਦਰੀਆਂ ਨੇ ਇਸੇ ਨੂੰ ਮੌਕਾ ਸਮਝਿਆ। ਉਹਨਾਂ ਦਾ ਸਿੱਧਾ ਹਿਸਾਬ ਸੀ, ਦੁਸ਼ਮਣ ਦੀ ਮੁਸ਼ਕਿਲ, ਆਪਣਾ ਮੌਕਾ। ਤੇ ਫਿਰ ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰਨ ਲੱਗੀਆਂ। 1914 ਦੇ ਅਖੀਰ ਤੱਕ ਹਜ਼ਾਰਾਂ ਦੀ ਗਿਣਤੀ 'ਚ ਗਦਰੀ ਆਪਣਾ ਸਭ ਕੁਝ, ਆਪਣੀਆਂ ਜਾਇਦਾਦਾਂ ਵੇਚ-ਵਟ ਕੇ ਜਹਾਜ਼ਾਂ ਤੇ ਸਵਾਰ ਹੋ ਕੇ ਭਾਰਤ ਵੱਲ ਤੁਰ ਪਏ। ਤੇ ਇੱਕ ਤਾਰੀਖ ਤੈਅ ਹੋਈ, 21 ਫਰਵਰੀ 1915, ਜਿਸ ਦਿਨ ਪੂਰੇ ਭਾਰਤ ਵਿੱਚ ਇੱਕੋ ਵੇਲੇ, ਇੱਕੋ ਸਮੇਂ ਬਗਾਵਤ ਦਾ ਝੰਡਾ ਬੁਲੰਦ ਕਰਨਾ ਸੀ। ਉਹਨਾਂ ਦਾ ਪਲਾਨ ਬਹੁਤ ਹੀ ਸਾਫ਼ ਤੇ 3 ਪੜਾਵੀ ਸੀ। ਸਭ ਤੋਂ ਪਹਿਲਾਂ ਬ੍ਰਿਟਿਸ਼ ਭਾਰਤੀ ਫੌਜ ਵਿੱਚ ਸ਼ਾਮਿਲ ਹੋ ਕੇ ਭਾਰਤੀ ਸਿਪਾਹੀਆਂ ਨੂੰ ਆਪਣੇ ਨਾਲ ਮਿਲਾਉਣਾ। ਫਿਰ ਦੂਜਾ ਕਦਮ, ਅੰਗਰੇਜ਼ ਅਫਸਰਾਂ ਤੇ ਕਾਬੂ ਪਾ ਕੇ ਸਾਰੇ ਵੱਡੇ ਹਥਿਆਰਾਂ ਦੇ ਭੰਡਾਰਾਂ ਤੇ ਕਬਜ਼ਾ ਕਰਨਾ। ਤੇ ਆਖਿਰ ਵਿੱਚ ਇਸੇ ਚਿੰਗਿਆੜੀ ਨਾਲ ਪੂਰੇ ਦੇਸ਼ ਵਿੱਚ ਆਮ ਬਗਾਵਤੀ ਅੱਗ ਭੜਕਾਉਣੀ। ਪਰ ਕਹਿੰਦੇ ਨੇ ਨਾ, ਸਭ ਤੋਂ ਵੱਡਾ ਖਤਰਾ ਅਕਸਰ ਅੰਦਰੋਂ ਹੀ ਆਉਂਦਾ ਹੈ। ਇੰਨੀ ਵੱਡੀ ਯੋਜਨਾ, ਇੰਨਾ ਵੱਡਾ ਸੁਪਨਾ ਇੱਕ ਧੋਖੇ ਦੀ ਭੇਟ ਚੜ੍ਹ ਗਿਆ। ਇੱਕ ਪਾਸੇ ਗਦਰੀ ਸੋਚ ਰਹੇ ਸਨ ਕਿ ਉਹ ਚੁੱਪਚਾਪ ਭਾਰਤ ਪਹੁੰਚ ਜਾਣਗੇ, ਪਰ ਦੂਜੇ ਪਾਸੇ ਬ੍ਰਿਟਿਸ਼ ਖੁਫੀਆ ਏਜੰਸੀ ਇੱਕ ਕਦਮ ਅੱਗੇ ਸੀ। ਉਹਨਾਂ ਦੇ ਜਾਸੂਸ ਬੰਦਰਗਾਹਾਂ ਤੋਂ ਹੀ ਹਰ ਜਹਾਜ਼ ਤੇ ਨਜ਼ਰ ਰੱਖ ਰਹੇ ਸਨ। ਉਹਨਾਂ ਨੇ ਮੁੱਖ ਆਗੂਆਂ ਦੀ ਪਛਾਣ ਕਰ ਲਈ ਸੀ, ਪਰ ਉਹਨਾਂ ਕੋਲ ਇੱਕ ਐਜਾ ਹਥਿਆਰ ਸੀ ਜਿਸ ਦਾ ਗਦਰੀਆਂ ਨੂੰ ਅੰਦਾਜ਼ਾ ਵੀ ਨਹੀਂ ਸੀ, ਬਗਾਵਤ ਦੇ ਅੰਦਰ ਹੀ ਇੱਕ ਮੁਖਬਰ। ਪਰ ਸਾਰੀ ਖੇਡ ਵਿਗਾੜੀ ਇੱਕ ਗੱਦਾਰ ਨੇ। ਉਸਦੇ ਨਾਮ ਸੀ ਕਿਰਪਾਲ ਸਿੰਘ। ਇਹ ਬੰਦਾ ਗਦਰੀਆਂ ਦੇ ਸਭ ਤੋਂ ਖਾਸ ਲੋਕਾਂ 'ਚ ਸ਼ਾਮਿਲ ਹੋ ਗਿਆ ਸੀ ਤੇ ਉਸ ਨੇ ਇੱਕ ਗੱਲ ਬਗਾਵਤ ਦੀ ਤਾਰੀਖ ਸਮੇਤ ਅੰਗਰੇਜ਼ਾਂ ਤੱਕ ਪਹੁੰਚਾ ਦਿੱਤੀ। ਜਿਵੇਂ ਹੀ ਅੰਗਰੇਜ਼ਾਂ ਨੂੰ ਪੱਕੀ ਖਬਰ ਮਿਲੀ, ਉਹਨਾਂ ਨੇ ਇੱਕ ਪਲ ਵੀ ਨਹੀਂ ਗਵਾਇਆ। 21 ਫਰਵਰੀ ਆਉਣ ਤੋਂ ਪਹਿਲਾਂ ਹੀ ਥਾਂ-ਥਾਂ ਛਾਪੇ ਮਾਰੇ ਗਏ, ਸਾਰੇ ਮੁੱਖ ਆਗੂ ਫੜ ਲਏ ਗਏ ਤੇ ਜਿਹੜੀਆਂ ਫੌਜੀ ਟੁਕੜੀਆਂ ਤੇ ਬਗਾਵਤ 'ਚ ਸ਼ਾਮਿਲ ਹੋਣ ਦਾ ਸ਼ੱਕ ਸੀ, ਉਹਨਾਂ ਤੋਂ ਹਥਿਆਰ ਖੋਲੇ, ਯਾਨੀ ਕਿ ਬਗਾਵਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਬਾ ਦਿੱਤੀ ਗਈ। ਇਸ ਤੋਂ ਬਾਅਦ ਜੋ ਹੋਇਆ ਉਹ ਇੱਕ ਦਰਦਨਾਕ ਕਹਾਣੀ ਹੈ। ਜਿਹੜੇ ਕ੍ਰਾਂਤੀਕਾਰੀ ਫੜੇ ਗਏ
ਉਹਨਾਂ ਨੂੰ ਇਸ ਬਗਾਵਤ ਦੀ ਇੱਕ ਬਹੁਤ ਵੱਡੀ, ਇੱਕ ਬਹੁਤ ਭਾਰੀ ਕੀਮਤ ਚੁਕਾਉਣੀ ਪਈ। ਅੰਗਰੇਜ਼ ਸਰਕਾਰ ਨੇ ਇਹ ਪੱਕਾ ਕਰਨਾ ਸੀ ਕਿ ਦੁਬਾਰਾ ਕੋਈ ਅਜਿਹੀ ਹਿੰਮਤ ਨਾ ਕਰੇ। ਇਸ ਲਈ ਉਹਨਾਂ ਨੇ ਇੱਕ ਖਾਸ ਕਾਨੂੰਨ ਬਣਾਇਆ, ਡਿਫੈਂਸ ਆਫ ਇੰਡੀਆ ਐਕਟ। ਇਸ ਕਾਨੂੰਨ ਦੇ ਤਹਿਤ ਖਾਸ ਅਦਾਲਤਾਂ ਬਣਾਈਆਂ ਗਈਆਂ ਜਿੱਥੇ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੋ ਸਕਦੀ ਸੀ। ਮਕਸਦ ਸਾਫ਼ ਸੀ, ਬਗਾਵਤ ਕਰਨ ਵਾਲਿਆਂ ਨੂੰ ਜਲਦੀ ਅਤੇ ਸਖਤ ਤੋਂ ਸਖਤ ਸਜ਼ਾ ਦੇਣਾ। ਤੇ ਸਜ਼ਾਵਾਂ ਕਿੰਨੀਆਂ ਸਖਤ ਸਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ ਪਹਿਲੇ ਹੀ ਕੇਸ ਵਿੱਚ, ਜਿਸ ਨੂੰ ਲਾਹੌਰ ਸਾਜ਼ਿਸ਼ ਕੇਸ ਕਿਹਾ ਜਾਂਦਾ ਹੈ, 24 ਕ੍ਰਾਂਤੀਕਾਰੀਆਂ ਨੂੰ ਸਿੱਧੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ ਕਈਆਂ ਨੂੰ ਉਮਰ ਕੈਦ ਲਈ ਕਾਲੇ ਪਾਣੀ ਭੇਜ ਦਿੱਤਾ ਗਿਆ। ਪਰ ਇੰਨੇ ਜ਼ੁਲਮ ਦੇ ਬਾਵਜੂਦ ਇਨ੍ਹਾਂ ਦੇਸ਼ ਭਗਤਾਂ ਦੇ ਹੌਸਲੇ ਦੇਖੋ। ਕਰਤਾਰ ਸਿੰਘ ਸਰਾਭਾ, ਉਮਰ ਸਿਰਫ 19 ਸਾਲ, ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜੱਜ ਨੂੰ ਕਹਿੰਦੇ ਨੇ, ਮੇਰੀ ਇੱਕੋ ਇੱਕ ਇੱਛਾ ਆਪਣੇ ਦੇਸ਼ ਨੂੰ ਆਜ਼ਾਦ ਦੇਖਣਾ ਹੈ, ਮੈਂ ਰਹਿਮ ਦੀ ਭੀਖ ਕਿਉਂ ਮੰਗਾ। ਉਹਨਾਂ ਦੀ ਇਹ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਬਣ ਗਈ। ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਇਹ ਸਾਰੀ ਕੁਰਬਾਨੀ, ਇਹ ਸਾਰੀ ਲਹਿਰ ਬੇਕਾਰ ਗਈ? ਫੌਜੀ ਤੌਰ ਤੇ ਦੇਖੀਏ ਤਾਂ ਸ਼ਾਇਦ ਹਾਂ, ਪਰ ਇਤਿਹਾਸ 'ਚ ਕਈ ਵਾਰ ਇੱਕ ਅਸਫਲਤਾ ਆਉਣ ਵਾਲੀ ਸਫਲਤਾ ਦੀ ਸਭ ਤੋਂ ਵੱਡੀ ਨੀਂਹ ਬਣ ਜਾਂਦੀ ਹੈ। ਆਓ ਦੇਖੀਏ ਕਿਵੇਂ। ਤਾਂ ਇਸ ਲਹਿਰ ਨੇ ਸਾਨੂੰ ਕੀ ਦਿੱਤਾ? ਪਹਿਲੀ ਗੱਲ, ਇਸ ਨੇ ਇਹ ਸਾਬਿਤ ਕਰ ਦਿੱਤਾ ਕਿ ਆਜ਼ਾਦੀ ਦੀ ਲੜਾਈ ਸਿਰਫ ਭਾਰਤ ਦੀਆਂ ਹੱਦਾਂ ਅੰਦਰ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਲੜੀ ਜਾ ਰਹੀ ਸੀ। ਦੂਜੀ ਗੱਲ, ਇਸ ਨੇ ਧਰਮ ਤੋਂ ਉੱਪਰ ਉੱਠ ਕੇ ਹਿੰਦੂ, ਮੁਸਲਿਮ, ਸਿੱਖ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਕੀਤਾ। ਤੇ ਸਭ ਤੋਂ ਵੱਡੀ ਗੱਲ, ਸਰਾਭਾ ਵਰਗਿਆਂ ਦੀ ਸ਼ਹੀਦੀ ਨੇ ਭਗਤ ਸਿੰਘ ਵਰਗੇ ਅਨੇਕਾਂ ਨੌਜਵਾਨਾਂ ਦੇ ਦਿਲਾਂ ਵਿੱਚ ਇਨਕਲਾਬ ਦੀ ਉਹ ਅੱਗ ਬਾਲੀ ਜਿਸ ਨੇ ਅੱਗੇ ਜਾ ਕੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਤੇ ਇਹ ਕਹਾਣੀ ਸਾਨੂੰ ਇੱਕ ਬਹੁਤ ਵੱਡਾ ਸਵਾਲ ਪੁੱਛਦੀ ਹੈ। ਇਤਿਹਾਸ ਵਿੱਚ ਅਸੀਂ ਜਿੰਨੀਆਂ ਵੀ ਵੱਡੀਆਂ ਜਿੱਤਾਂ ਜਾਂ ਸਫਲਤਾਵਾਂ ਦੇਖਦੇ ਹਾਂ, ਉਹਨਾਂ ਦੀ ਨੀਂਹ ਵਿੱਚ ਕਿੰਨੀਆਂ ਅਜਿਹੀਆਂ ਭੁੱਲੀਆਂ ਵਿਸਰੀਆਂ ਕੁਰਬਾਨੀਆਂ ਤੇ ਅਸਫਲਤਾਵਾਂ ਦੱਬੀਆਂ ਹੋਈਆਂ ਹਨ। ਗਦਰ ਲਹਿਰ ਭਾਵੇਂ ਜਿੱਤ ਨਹੀਂ ਸਕੀ, ਪਰ ਇਸਨੇ ਆਜ਼ਾਦੀ ਦੇ ਸੰਘਰਸ਼ ਨੂੰ ਇੱਕ ਨਵੀਂ ਦਿਸ਼ਾ, ਇੱਕ ਨਵਾਂ ਜੋਸ਼ ਦਿੱਤਾ। ਇਹ ਉਹ ਅਸਫਲਤਾ ਸੀ ਜਿਸ ਨੇ ਆਖਿਰਕਾਰ ਸਫਲਤਾ ਦਾ ਰਾਹ ਬਣਾਇਆ।